ਗੁਲਾਟੀ ਧੰਨਵਾਦ ਕਰਦੀ ਹਾਂ ਡਾਕਟਰ ਗਗਨਦੀਪ ਕੌਰ ਗੁਲਾਟੀ ਜੀ ਦਾ, ਜਿਨ੍ਹਾਂ ਨੇ ਵੀਵਿੰਗ ਡ੍ਰੀਮ ਦੇ ਰਾਹੀਂ ਸਟੋਰੀ ਟੈਲਿੰਗ ਪ੍ਰੋਗਰਾਮ ਤਹਿਤ ਮੈਨੂੰ ਕਹਾਣੀ ਸੁਣਾਉਣ ਦਾ ਮੌਕਾ ਦਿੱਤਾ। ਸੋ ਮੈਂ ਆਪ ਜੀ ਦੇ ਸਾਹਮਣੇ ਕਹਾਣੀ ਦਲੀਪ ਕੌਰ ਟਿਵਾਣਾ ਦੀ ਰੱਬ ਦੀ ਰੁੱਤਾਂ ਪੇਸ਼ ਕਰ ਰਹੀ ਹਾਂ। ਰੱਬ ਨੇ ਰੁੱਤਾਂ ਨੂੰ ਕਿਹਾ ਉਹ ਧਰਤੀ ਤੇ ਆਉਂਦੀਆਂ ਰਹਿਣਗੀਆਂ, ਉਹਨਾਂ ਸਾਰਿਆਂ ਲੋਕਾਂ ਲਈ ਨਾ ਸਹੀ ਪਰ ਉਸ ਇੱਕ ਵਿਅਕਤੀ ਲਈ। ਉਹ ਇੱਕ ਕੌਣ ਸੀ? ਲੋ ਪੇਸ਼ ਹੈ ਰੱਬ ਤੇ ਰੁੱਤਾਂ। ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ। ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ, ਹੇਠਾਂ ਸਭ ਤੰਦੂਕਾਰ ਸੀ। ਸ੍ਰਿਸ਼ਟੀ ਦੀ ਸਿਰਜਣਾ ਦਾ ਵਿਚਾਰ ਰੱਬ ਦੇ ਜ਼ਿਹਨ ਵਿੱਚ ਖੂਰੂ ਪਾ ਰਿਹਾ ਸੀ। ਆਪਣੇ ਚਿੱਤ ਵਿੱਚ ਹੋ ਰਹੀ ਭਨਕੜ ਵੱਲ ਇਕਾਗਰ ਹੋਇਆ। ਉਹ ਇੱਕ ਨਦੀ ਦੇ ਕੰਢੇ ਫਿਰ ਰਿਹਾ ਸੀ। ਨਦੀ ਭਰ ਜੋਬਨ ਵਿੱਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿੱਚ ਮੀਂਹ ਪਿਆ ਹੋਣਾ ਹੈ। ਫੁੱਲ ਪੌਦਿਆਂ ਦੀਆਂ ਟੀਸੀਆਂ ਉੱਤੇ ਬੈਠੇ ਖੰਭ ਫੜਕਾ ਰਹੇ ਸਨ, ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ। ਪੰਛੀ ਗਰਦਨਾਂ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਦਲ ਘੂਰਿਆ, ਰੱਬ ਦੀ ਇਕਾਗਰਤਾ ਭੰਗ ਹੋ ਗਈ। ਉਸਨੇ ਖਿੱਚ ਕੇ ਸਾਰੀਆਂ ਰੁੱਤਾਂ ਨੂੰ ਹੇਠਾਂ ਭੱਜ ਕੇ ਭੇਜ ਦਿੱਤਾ ਤੇ ਕਿਹਾ, ਵਾਰੀ-ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ। ਹੁਕਮ ਦੀਆਂ ਬੰਨੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ। ਮਾਨਮਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਹਨਾਂ ਤੋਂ ਬਚਣ ਦੇ ਉਪਰਾਲਿਆਂ ਵਿੱਚ ਲੱਗੇ ਰਹਿੰਦੇ। ਖੋਲਾਂ, ਕੰਦਰਾਂ, ਛਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਤੱਕ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਵਿੱਚ ਹੜ੍ਹ ਆਉਂਦੇ, ਪਿੰਡ ਦੇ ਪਿੰਡ ਰੁੜ ਜਾਂਦੇ। ਰੁੱਤਾਂ ਲਈ ਇਹ ਵੀ ਇੱਕ ਸ਼ੁਗਲ ਸੀ। ਪਰ ਹੁਣ ਇਹਨਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਹੈ ਕਦ ਮੀਂਹ ਪਏਗਾ ਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਰਜ਼ੀ ਦੇ ਪਾਸੇ ਭੇਜਣ ਲੱਗ ਪਏ। ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਖੜੋ ਜਾਂਦੀ ਤਾਂ ਲੋਕ ਆਪੇ ਕੋਈ ਪਾਪੀ ਪਹਿਰਾ ਦੇ ਰਿਹਾ ਹੋਣਾ, ਤਰਲੋ ਮੱਛੀ ਹੁੰਦੇ ਪਹਿਰਾ ਬਦਲ ਜਾਂਦੇ, ਉਡੀਕਦੇ ਰਹਿੰਦੇ। ਪਰ ਹੁਣ ਬਿਜਲੀ ਦੇ ਪੰਖੇ ਹਵਾ ਨੂੰ ਬਿਨਾਂ ਪੁੱਛਿਆ ਹੀ ਵਗਦੇ ਰਹਿੰਦੇ ਹਨ। ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ। ਲੋਕ ਯੱਗ ਕਰਦੇ, ਹਵਨ ਕਰਦੇ, ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ। ਪਰ ਹੁਣ ਲੋਕਾਂ ਨੇ ਟਿਊਬਵੈੱਲ ਲਾ ਲਏ ਸਨ, ਮੀਂਹ ਦੀ ਪਰਵਾਹ ਨਹੀਂ ਸਨ ਕਰਦੇ। ਰੁੱਤਾਂ ਉਦਾਸ ਹੋ ਗਈਆਂ। ਉਹ ਰਲ ਕੇ ਰੱਬ ਕੋਲ ਪਹੁੰਚੀਆਂ। ਰਾਮ ਜੀ, ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ, ਸਾਨੂੰ ਪਰਤਾਉਣ ਦੀ ਆਗਿਆ ਦਿਓ। ਇਹ ਕਿਵੇਂ ਹੋ ਸਕਦਾ ਹੈ? ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਆਪ ਚੱਲ ਕੇ ਵੇਖ ਲਓ। ਬੇਸ਼ੱਕ ਰੁੱਤ ਨੇ ਅੱਜ ਗੁਜ਼ਾਰੀ। ਰੱਬ ਇੱਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉੱਤੇ ਆਇਆ ਤੇ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਲੱਗਿਆ। ਵੇਲਾ ਆਥਾਂ ਦਾ ਸੀ, ਰੁੱਤ ਬਹਾਰ ਦੀ ਸੀ। ਅਸਮਾਨ ਉੱਤੇ ਬੱਦਲ ਘੇਰਾਏ। ਮੋਰਾਂ ਨੇ ਖੰਭ ਖਿਲਾਰ ਕੇ ਝੂਮ ਝੂਮ ਕੇ ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਉਤਰ ਆਉਣ ਲਈ ਕਿਹਾ। ਜੰਗਲੀ ਫੁੱਲ ਇੱਕ ਦੂਜੇ ਵੱਲ ਸੈਨਤਾ ਮਾਰ ਕੇ ਹੱਸ ਰਹੇ ਸਨ। ਨਿੱਕੇ ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ ਉੱਤੇ ਪਸੀਜੀਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬਨ ਬਨ ਆਪਣੇ ਮਿੱਤਰ ਪਿਆਰਿਆਂ ਨੂੰ ਭੇਜ ਰਹੇ ਸਨ। ਇਹ ਧਰਤੀ ਤਾਂ ਬੜੀ ਸੋਹਣੀ ਹੈ, ਰੱਬ ਨੇ ਬਹਾਰ ਨੂੰ ਆਖਿਆ। ਇੰਨੇ ਨੂੰ ਇੱਕ ਸ਼ਹਿਰ ਆ ਗਿਆ। ਬੜੀ ਭੀੜ ਸੀ, ਬੜਾ ਰੌਲਾ ਸੀ। ਹਰ ਕੋਈ ਜਿਵੇਂ ਗਵਾਚਿਆ ਹੋਇਆ ਹੋਵੇ। ਸਾਰੇ ਲੋਕ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਨਹੀਂ ਲੱਗਦਾ ਸੀ, ਕਿਸੇ ਨੂੰ ਕੋਈ ਜਾਣਦਾ ਨਹੀਂ ਸੀ। ਇੱਥੋਂ ਤੱਕ ਕਿ ਕਿਸੇ ਦਾ ਕੋਈ ਗਰਾਈ ਵੀ ਪ੍ਰਤੀਤ ਨਹੀਂ ਸੀ ਹੁੰਦਾ। ਚਿੜੀ ਬਣੇ ਰੱਬ ਨੇ ਦੇਖਿਆ ਤਾਂ ਲੋਕਾਂ ਨੂੰ ਘੜੀ ਬੜੀ ਆਪ ਕੀ ਕਰ ਰਹੇ ਸਨ? ਘੜੀ ਨੂੰ ਦੇਖ ਰਹੇ ਸਨ, ਬਾਰ-ਬਾਰ ਘੜੀ ਨੂੰ ਦੇਖ ਰਹੇ ਸਨ। ਕਿਸ ਲਈ? ਉਸਨੇ ਬਹਾਰ ਨੂੰ ਪੁੱਛਿਆ। ਚਿੜੀ ਨੇ ਲੈ ਕਿਹਾ, ਚਿੜੀਆਂ ਲੈ ਲਓ, ਰੰਗ ਬਰੰਗੀਆਂ ਚਿੜੀਆਂ ਲੈ ਲਓ। ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਚੁੱਕੀ ਇੱਕ ਭਾਈ ਹੋਕਾ ਦੇ ਰਿਹਾ ਸੀ। ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ। ਉੱਥੋਂ ਛੇਤੀ ਦੇ ਕੇ ਉੱਡ ਕੇ ਉਹ ਇੱਕ ਮੰਦਰ ਆ ਵੜਿਆ। ਤਾਜ਼ੇ ਮੋਤੀਆਂ ਦਾ ਹਾਰ ਦੋ ਆਨੇ, ਤਾਜ਼ੇ ਮੋਤੀਆਂ ਦਾ ਹਾਰ ਦੋ ਆਨੇ। ਮੰਦਰ ਦੇ ਬਾਹਰ ਨੰਗੇ ਪੈਰੀ ਪਾਟੇ ਹੋਏ ਝੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ। ਲੈ ਫੜ ਡੂਢ ਆਨਾ, ਦੇ ਹਾਰ। ਆਪਣਾ ਢਿੱਡ ਮਸਾਂ ਸੰਭਾਲੀ ਆ ਰਹੇ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿੱਚ ਦਿੰਦਿਆਂ ਕਿਹਾ। ਮੁੰਡਾ ਜੱਗੋ ਤੱਕੀ ਵਿੱਚ ਪੈ ਗਿਆ, ਜਿਵੇਂ ਉਸਨੇ ਪਹਿਲਾਂ ਹੀ ਘੱਟ ਮੁੱਲ ਦੱਸਿਆ ਹੋਵੇ। ਓਏ ਛੱਡ ਪਰਾਂ, ਇਹ ਕਿਹੜਾ ਖਾਣ ਦੀ ਚੀਜ਼ ਹੈ? ਹੋਰ 2 ਘੰਟੇ ਨੂੰ ਇਹਨੇ ਬਹੇ ਹੋ ਜਾਣਾ। ਲਾਲਾ ਜੀ ਨੇ ਬੜੀ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸਨੇ ਬੇਬਸ ਹੋ ਕੇ ਕਿਹਾ, 1.5 ਆਨੇ ਹੀ ਦਾ ਹਾਰ ਲੈ ਲਓ। ਲਾਲਾ ਜੀ ਮੰਦਰ ਆ ਪਹੁੰਚੇ। ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸਨੇ ਲੈਣ ਦੇਣ ਦੀ ਗੱਲ ਕੀਤੀ। ਫਿਰ ਨਮਸਕਾਰ ਕਰਕੇ ਜਿਉਂਦੇ ਫੁੱਲਾਂ ਦਾ ਹਾਰ ਉਸਦੇ ਚਰਨੀ ਵਗਾ ਮਾਰਿਆ।
ਰੱਬ ਮੰਦਰ ਵਿੱਚੋਂ ਬਾਹਰ ਆ ਗਿਆ। ਇੱਕ ਔਰਤ ਆਪਣੇ ਵਾਲਾਂ ਵਿੱਚ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ। ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਿਰ ਢੱਕ ਲੈ ਸ਼ਾਹੂ, ਜ਼ਮਾਨਾ ਬੜਾ ਮਾੜਾ ਏ। ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ ਨੇ, ਜੋ ਸ਼ਾਇਦ ਉਸ ਔਰਤ ਦੀ ਸੱਸ ਲੱਗਦੀ ਸੀ, ਨੇ ਕਿਹਾ। ਆਗਿਆਕਾਰੀ ਧੀਆਂ ਨੂੰਹਾਂ ਵਾਂਗ ਉਸਨੇ ਸਿਰ ਢੱਕ ਲਿਆ। ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ, ਜਿਸ ਦਾ ਜ਼ਰੂਰ ਪੱਲੇ ਹੇਠਾਂ ਸਾਹ ਘੁੱਟ ਰਿਹਾ ਹੋਣਾ। ਇੰਨੇ ਨੂੰ ਕਣੀਆਂ ਉਤਰ ਆਈਆਂ। ਆਵਾਜਾਈ ਹੋਰ ਤੇਜ਼ ਹੋ ਗਈ। ਬਰਸਾਤੀ ਛੱਤਰੀਆਂ ਚਮਕਣ ਲੱਗ ਪਈਆਂ। ਚਿੜੀ ਬਣਿਆ ਰੱਬ ਇੱਕ ਖੰਭੇ ਉੱਤੇ ਬੈਠਣ ਹੀ ਲੱਗਾ ਸੀ ਕਿ ਉਸ ਨੂੰ ਕਰੰਟ ਜਿਹਾ ਝਟਕਾ ਲੱਗਿਆ। ਪਲ ਦੇ ਪਲ ਉਸ ਦੀ ਸੁਰਤ ਗੁੰਮ ਹੋ ਗਈ। ਕੱਚੀ ਜਿਹੀ ਹਾਸੀ ਹੱਸ ਕੇ ਉਹ ਘਰ ਦੀ ਛੱਤ ਉੱਤੇ ਬੈਠ ਗਿਆ। ਉਸ ਨੂੰ ਫਿਕਰ ਹੋ ਗਿਆ ਕਿ ਸ਼ਹਿਰ ਵਿੱਚ ਕਿਧਰੇ ਦਰੱਖਤ ਹੀ ਨਹੀਂ। ਪੰਛੀ ਕਿੱਥੇ ਬਹਿੰਦੇ ਹੋਣਗੇ? ਆਲ੍ਹਣੇ ਕਿੱਥੇ ਬਾਉਂਦੇ ਹੋਣਗੇ? ਰਾਤ ਨੂੰ ਕਿੱਥੇ ਸੌਂਦੇ ਹੋਣਗੇ? ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਵਿੱਚ ਪੰਛੀ ਹੀ ਨਹੀਂ ਹਨ। ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ। ਕਿਸੇ ਨਾ ਕਿਸੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ। ਕਿਸੇ ਨੇ ਉਸ ਦੀਆਂ ਅੱਖਾਂ ਵਿੱਚ ਬੱਦਲਾਂ ਦੇ ਪਰਛਾਵੇਂ ਨੱਚੇ ਨਾ ਦੇਖੇ। ਨਾ ਕੋਈ ਨੰਗੇ ਨੰਗੇ ਪੈਰੀ ਧਰਤੀ ਦੀ ਸੁਗੰਧ ਪੀਣ ਆਇਆ, ਨਾ ਕਿਸੇ ਨੇ ਵਾਲ ਖੋਲ ਕੇ ਡਿੱਗਦੇ ਮੋਤੀ ਬੂਝੇ। ਹੁਣ ਰੱਬ ਬਾਹਰ ਦੇ ਮੂੰਹ ਵੱਲੋਂ ਤੱਕਣਾ ਝਿਜਕਦਾ ਸੀ। ਉਹ ਉਸ ਸ਼ਹਿਰ ਦੀ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ। ਡਿੱਗੀ ਢੇਡੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਗਾਉਂਦਾ ਤੁਰਿਆ ਆ ਰਿਹਾ ਸੀ। ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਕਿਹਨੂੰ ਨਾ ਮਿਲਣ ਦੀ ਕਸਮ ਖਾਧੀ ਹੈ ਇਸਨੇ? ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸ਼ਾਇਦ ਉਸ ਨੂੰ ਬਹੁਤ ਯਾਦ ਆ ਰਿਹਾ ਹੈ। ਤੈਨੂੰ ਕਿਵੇਂ ਪਤਾ? ਨਾ ਮਿਲਣ ਦੀ ਜੋ ਕਸਮ ਖਾਣੀ ਪੈ ਰਹੀ ਹੈ। ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੇ ਡੰਡੀ ਜਾ ਰਹੇ। ਉਸ ਬੰਦੇ ਨੇ ਮੋਢੇ ਚੁੱਕੇ ਚੁਟਕੀਆਂ ਵਜਾਈਆਂ, ਬਦਲਾਂ ਵੱਲ ਵਾਕਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਸਾਹਮਣਿਓਂ ਪਿੰਡ ਚਿੱਠੀਆਂ ਦੇ ਕੇ ਮੁੜਦੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਣ ਕੇ ਸਾਈਕਲ ਖੋਲੀ ਕਰ ਲਿਆ। ਮੀਂਹ ਆ ਰਿਹਾ ਹੈ, ਕਹੇ ਤਾਂ ਸਾਈਕਲ ਤੇ ਛੱਡ ਆਉਂਦਾ ਹਾਂ। ਜਾਣਾ ਕਿੱਥੇ ਹੈ? ਡਾਕੀ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ, ਜਾਣਾ ਤਾਂ ਕਿਤੇ ਨਹੀਂ। ਉਸਨੇ ਆਪਣੀ ਚਾਲ ਬਿਨਾਂ ਹੁੱਲਿਆ ਕੀਤਿਆਂ ਕੋਲੋਂ ਦੀ ਲੰਘ ਗਿਆ। ਤੁਸੀਂ ਚੱਲੋ, ਮੀਂਹ ਤੋਂ ਪਹਿਲਾਂ ਪਹਿਲਾਂ ਟਿਕਾਣੇ ਪਹੁੰਚੋ। ਖੱਚਰੀ ਜਿਹੀ ਹਾਸੀ ਹੱਸਦਿਆਂ ਉਸਨੇ ਡਾਕੀਏ ਨੂੰ ਕਿਹਾ। ਕਾਲੀ ਕਾਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ, ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਸੀ? ਮੈਂ ਤਾਂ ਅਕਲ ਦੀ ਗੱਲ ਆਖੀ ਸੀ। ਪਿੰਡ ਤੋਂ ਦੂਰ ਮੜੀਆਂ ਵਾਲੇ ਟੋਬੇ ਵੱਲ ਉਹ ਬੰਦਾ ਮੁੜ ਪਿਆ। ਕਿਉਂ? ਚਿੜੀਆਂ ਵਾਲੇ ਰੱਬ ਨੇ ਬਹਾਰ ਨੂੰ ਪੁੱਛਿਆ। ਖਬਰੇ ਸੋਚਦਾ ਹੋਵੇਗਾ ਸ਼ਾਇਦ ਮਰਨ ਵਾਲਿਆਂ ਵਿੱਚੋਂ ਕੋਈ ਜਿਉਂਦਾ ਬੰਦਾ ਹੀ ਹੋ। ਚਿੜੀ ਬਣਿਆ ਰੱਬ ਹੱਸ ਪਿਆ। ਇੱਥੇ ਬੰਦਿਆਂ ਨੂੰ ਮਰ ਕੇ ਪਤਾ ਲੱਗਦਾ ਹੈ ਕਿ ਉਹ ਜਿਉਂਦੇ ਨੇ? ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਉਹ ਬੰਦਾ ਟੋਬੇ ਦੇ ਕੰਢੇ ਉੱਤੇ ਪਹੁੰਚ ਗਿਆ। ਟੋਬੇ ਵਿੱਚ ਭੰਬੂਲ ਖਿਲੇ ਹੋਏ ਸਨ। ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿੱਚ ਖਿੜ ਰਹਿ ਗਿਆ। ਉਸਨੇ ਲਰਜ਼ਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਟੋਬੇ ਵਿੱਚ ਬੰਗਲੇ ਚੋਹਲ ਕਦਮੀ ਕਰਦੇ ਫਿਰਦੇ ਰਹੇ। ਕੁਝ ਬੋਲ ਵੀ ਰਹੇ ਸਨ। ਉਸ ਨੂੰ ਲੱਗਿਆ ਕਿ ਉਹ ਕਹਿ ਰਹੇ ਸਨ, ਚੰਗਾ ਚੰਗਾ ਚੰਗਾ। ਟੋਬੇ ਦੇ ਕਸਮੈਲੇ ਪਾਣੀ ਵਿੱਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁੱਤਕਤਾੜੀਆਂ ਨਿਕਲਦੀਆਂ ਹੋਣ। ਫਿਰ ਉਸ ਬੰਦੇ ਨੇ ਕੰਢੇ ਉੱਤੇ ਬੈਠੇ ਇੱਕ ਟੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮੱਲੀ। ਫਿਰ ਹੱਥਾਂ ਨੂੰ ਹਿਲਾ ਕੇ ਉਸ ਦਾ ਪਰਛਾਵਾਂ ਪਾਣੀ ਵਿੱਚ ਦੇਖਦਾ ਰਿਹਾ, ਜਿਵੇਂ ਹੈਰਾਨ ਹੋ ਰਿਹਾ ਸੀ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ, ਜਿਵੇਂ ਸੱਚੀ ਮੁੱਚੀ ਦੇ ਹੋਣ। ਤੇ ਇਹਨਾਂ ਹੱਥਾਂ ਦੀ ਇਨ-ਬਿਨ ਨਕਲ ਪਾਣੀ ਵਿੱਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹ ਇਹ ਨਹੀਂ ਸੀ ਬੜੀ ਵੱਡੀ ਕਰਾਮਾਤ ਲੱਗਦੀ। ਫਿਰ ਉਸਨੇ ਪਾਣੀ ਦਾ ਉੱਜਲ ਭਰ ਭੰਬੂਲਾਂ ਉੱਤੇ ਸੁੱਟਿਆ। ਉਹ ਨੱਚ ਉੱਠੇ, ਗਾਣ ਲੱਗ ਪਏ, ਸੂਰਜਾਂ ਦੀ ਜਿੰਦ ਮੇਰੀ, ਬੱਦਲਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ, ਪੱਤਿਆਂ ਦੀ ਜਿੰਦ ਮੇਰੀ, ਪੌੜਾਂ ਦੀ ਜਿੰਦ ਮੇਰੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਫਿਰ ਉਸਨੇ ਹੱਥ ਧੋ ਲਏ। ਟੋਬੇ ਕੰਢੇ ਖੜੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ। ਤੇਜ਼ ਹਵਾ ਵਿੱਚ ਬਰੋਟੇ ਦੇ ਪੱਤੇ ਅੱਗੇ ਪਿੱਛੜ ਖੜ ਕਰਦੇ ਜਿਵੇਂ ਭੱਜ ਰਹੇ ਸਨ। ਚਿੜੀ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲ ਤਾਂ ਕਿ ਉਸ ਬੰਦੇ ਨੇ ਸੀਟੀ ਮਾਰੀ। ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ। ਰੱਬ ਹੱਸ ਪਿਆ ਤੇ ਬੋਲਿਆ, ਉਹਨਾਂ ਸਾਰਿਆਂ ਲਈ ਨਾ ਸਹੀ, ਅਜਿਹੇ ਇੱਕ ਹੀ ਲਈ ਰੁੱਤਾਂ ਆਉਂਦੀਆਂ ਰਹਿਣਗੀਆਂ, ਬੱਦਲ ਵਰਦੇ ਰਹਿਣਗੇ, ਫੁੱਲ ਖਿੜਦੇ ਰਹਿਣਗੇ, ਸੂਰਜ ਚੜ੍ਹਦੇ ਰਹਿਣਗੇ, ਜਿਹੜਾ ਗਾ ਰਿਹਾ ਸੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਬਹਾਰ ਨੇ ਜਿਵੇਂ ਆਗਿਆ ਆ ਕੇ ਸਿਰ ਨਿਵਾ ਦਿੱਤਾ। ਚਿੜੀ ਬਣਿਆ ਰੱਬ ਸੋਚ ਰਿਹਾ ਸੀ, ਉਹ ਉੱਪਰ ਸਵਰਗ
ਜਾਇਆ ਜਾਵੇ ਕਿ ਨਾ। ਉਹ ਇਸ ਸੋਚ ਵਿੱਚ ਸੋਚਦਾ ਹੀ ਰਹਿ ਗਿਆ। ਸੋ ਇਹ ਸੀ ਮੇਰੀ ਕਹਾਣੀ ਰੱਬ ਦੇ ਰੂਪ ਦਾ। ਉਮੀਦ ਕਰਦੀ ਹਾਂ ਆਪ ਸਭ ਨੂੰ ਪਸੰਦ ਆਈ ਹੋਵੇਗੀ। ਧੰਨਵਾਦ।